ਰਾਜਪਾਲ ਸਿੰਘ ਗਾਂਧੀ ਦੀ ਕਲਮ ਤੋਂ ਦਾ ਫਾਰਮਾਸਿਸ ਐਗਰੀਮੈਂਟ ਔਨ ਪ੍ਰਾਈਸ ਇੰਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020 ਤੇ ਸਰਕਾਰ ਦੇ ਦਾਅਵੇ ਅਤੇ ਕਿਸਾਨਾਂ ਦੀਆਂ ਗੰਭੀਰ ਆਸ਼ੰਕਾਵਾਂ। ਕੁੱਲ 25 ਧਾਰਾਵਾਂ ਵਾਲਾ ਖੇਤੀ ਕੀਮਤ ਭਰੋਸਾ ਅਤੇ ਖੇਤੀ ਸੇਵਾ ਤੇ ਕਰਾਰ ਅਧਿਨਿਯਮ 2020 ਦੇਸ਼ ਦੇ ਵਿੱਚ ਖੇਤੀ ਕਰਾਰਾਂ ਤੇ ਰਾਸ਼ਟਰੀ ਫਰੇਮਵਰਕ ਉਪਲਬਧ ਕਰਾਉਂਦਾ ਹੈ। ਇਸ ਦਾ ਉਦੇਸ਼ ਕਿਸਾਨਾਂ ਨੂੰ ਸੰਰਕਸ਼ਣ ਦੇ ਕੇ ਸਸ਼ਕਤ ਬਣਾਉਣਾ ਹੈ ਤਾਂ ਕਿ ਉਹ ਖੇਤੀ ਸੇਵਾਵਾਂ ਪ੍ਰਾਪਤ ਕਰਨ ਅਤੇ ਭਵਿੱਖ 'ਚ ਹੋਣ ਵਾਲੀ ਕ੍ਰਿਸ਼ੀ ਉਪਜ ਨੂੰ ਵੇਚਣ ਦੇ ਲਈ ਕ੍ਰਿਸ਼ੀ ਵਪਾਰ ਪ੍ਰਤਿਸ਼ਠਾਨਾਂ, ਪ੍ਰੋਸੈਸਰਾਂ, ਥੋਕ ਵਪਾਰੀਆਂ, ਨਿਰਯਾਤਕਾਂ ਅਤੇ ਵੱਡੇ ਖੁਦਰਾ ਵਪਾਰੀਆਂ ਦੇ ਆਪਸ 'ਚ ਤੈਅ ਕੀਤੇ ਮੁੱਲ ਤੇ ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਲੈਣ ਦੇਣ ਕਰ ਸਕਣ। ਇਸ ਨਾਲ ਹੀ ਧਾਰਾ 3 ਤੋਂ 12 ਖੇਤੀ ਕਰਾਰਾਂ ਨਾਲ ਸੰਬੰਧਿਤ ਹੈ। ਇਸ APAFS ਕਾਨੂੰਨ ਦੇ ਵਿੱਚ 3 ਤੋਂ 12 ਤੱਕ ਮੁੱਖ ਧਾਰਾਵਾਂ ਨੇ। ਇਹਨਾਂ 'ਚ ਖੇਤੀ ਕਰਾਰ ਅਤੇ ਇਸ ਦੀ ਮਨਿਆਦ, ਖੇਤੀ ਉਪਜ ਦੀ ਕੁਆਲਿਟੀ, ਗ੍ਰੇਡ ਅਤੇ ਸਟੈਂਡਰਡ, ਇਸ ਦੀ ਕੀਮਤ, ਇਸ ਦੇ ਕ੍ਰੈ ਜਾਂ ਵਿਕਰਾ ਅਤੇ ਕ੍ਰਿਸ਼ੀ ਉਪਜ ਨਾਲ ਸੰਬੰਧਿਤ ਛੋਟਾਂ ਦੇ ਪ੍ਰਾਵਧਾਨ ਕੀਤੇ ਗਏ ਨੇ। ਖਰੀਦਦਾਰਾਂ ਨੂੰ ਕਿਸਾਨਾਂ ਦੀ ਜ਼ਮੀਨ ਜਾਂ ਪਰਿਸਰਾਂ ਦਾ ਮਾਲਿਕਾਨਾ ਹੱਕ ਪ੍ਰਾਪਤ ਕਰਨ ਜਾਂ ਉਸ 'ਤੇ ਸਥਾਈ ਬਦਲਾਵ ਕਰਨ ਤੋਂ ਰੋਕਣ, ਖੇਤੀ ਕਰਾਰਾਂ ਨੂੰ ਰਿਣ ਅਤੇ ਬੀਮਾ ਸੇਵਾਵਾਂ ਨਾਲ ਜੋੜਨ, ਕਰਾਰ 'ਚ ਬਦਲਾਵ ਕਰਨ ਜਾਂ ਇਸ ਨੂੰ ਰੱਦ ਕਰਨ। ਰਾਜ ਸਰਕਾਰਾਂ ਦੇ ਵੱਲੋਂ ਖੇਤੀ ਕਰਾਰਾਂ ਦੇ ਲਈ ਰਜਿਸਟ੍ਰੇਸ਼ਨ ਅਥਾਰਟੀ ਦਾ ਗਠਨ ਕਰਨ ਦਾ ਪ੍ਰਾਵਧਾਨ ਵੀ ਕੀਤਾ ਗਿਆ ਹੈ। ਇਸ ਨਾਲ ਹੀ ਧਾਰਾ 13 ਤੋਂ 15 ਕਿਸਾਨਾਂ ਅਤੇ ਪ੍ਰਯੋਜਕਾਂ ਅਰਥਾਤ ਖਰੀਦਦਾਰਾਂ ਦੇ ਵਿਚਾਲੇ ਵਿਵਾਦ ਸੁਲਝਾਉਣ ਦੇ ਵਾਸਤੇ ਹੈ। ਧਾਰਾ 16 ਤੋਂ 25 ਦੇ ਵਿੱਚ ਵਿਵਿਧ ਤਜਵੀਜ਼ਾਂ ਕੀਤੀਆਂ ਗਈਆਂ ਨੇ ਜੋ ਕੇਂਦਰ ਸਰਕਾਰ ਨੂੰ ਸਮੇਂ-ਸਮੇਂ ਤੇ ਨਿਰਦੇਸ਼ ਜਾਰੀ ਕਰਨ ਦਾ ਅਧਿਕਾਰ ਦਿੰਦੇ ਨੇ। ਸਿਵਲ ਕੋਰਟਾਂ ਦੇ ਨਿਆਇ ਖੇਤਰ ਨੂੰ ਰੋਕਣ ਆਦਿ ਨਾਲ ਸੰਬੰਧਿਤ ਨੇ। ਇਸ ਕਾਨੂੰਨ ਦੇ ਪ੍ਰਾਵਧਾਨਾਂ ਨੂੰ ਸਮਝਣ ਦਾ ਪ੍ਰਯਾਸ ਨੀਤੀ ਆਯੋਗ ਦੇ ਮੈਂਬਰ ਡਾਕਟਰ ਰਮੇਸ਼ ਚੰਦ ਨੇ ਨੀਤੀ ਵਰਕਿੰਗ ਪੇਪਰ ਸੀਰੀਜ਼ 2020 ਚ ਕੀਤਾ। ਨਵੇਂ ਖੇਤੀ ਕਾਨੂੰਨਾਂ ਦੇ ਪ੍ਰਭਾਵਾਂ ਨੂੰ ਸਮਝਣਾ ਸ਼ੀਰਸ਼ਕ ਦੇ ਅੰਤਰਗਤ ਸੰਖੇਪ 'ਚ ਇਸ ਪ੍ਰਕਾਰ ਹੈ। APAFS ਕਾਨੂੰਨ ਉਸ ਕੰਟਰੈਕਟ ਫਾਰਮਿੰਗ ਐਕਟ ਦਾ ਬਿਲਕੁਲ ਸਰਲ ਅਤੇ ਸੁਧਰਾ ਰੂਪ ਹੈ ਜਿਸ ਨੂੰ ਪਹਿਲਾਂ ਹੀ 20 ਸੂਬੇ ਅੰਗੀਕ੍ਰਿਤ ਕਰ ਚੁੱਕੇ ਨੇ। ਇਸ ਨਵੇਂ ਕਾਨੂੰਨ ਨੇ ਪੱਲੜੇ ਨੂੰ ਕਿਸਾਨਾਂ ਦੇ ਪੱਖ 'ਚ ਝੁਕਾ ਦਿੱਤਾ ਹੈ। ਇਸ ਵਿੱਚ ਅਲੱਗ-ਅਲੱਗ ਸੂਬਿਆਂ ਦੇ ਕ੍ਰਿਸ਼ੀ ਕਰਾਰ ਕਾਨੂੰਨਾਂ ਦੀ ਰਜਿਸਟ੍ਰੇਸ਼ਨ, ਲਾਇਸੈਂਸ, ਡਿਪਾਜ਼ਿਟ ਅਤੇ ਹੋਰ ਸਮੱਸਿਆਵਾਂ ਨੂੰ ਹਟਾ ਦਿੱਤਾ ਗਿਆ ਹੈ। ਪੰਜਾਬ ਇਸ ਪ੍ਰਥਾ ਨੂੰ ਸ਼ੁਰੂ ਕਰਨ ਵਾਲਾ ਮੋਹਰੀ ਸੂਬਾ ਰਿਹਾ ਹੈ। ਇਹ ਸੂਬਾ ਸਰਕਾਰ ਨੇ 1988 ਚ ਬਹੁਰਾਸ਼ਟਰੀ ਕੰਪਨੀ ਪੈਪਸੀਕੋ ਨੂੰ ਫਲ ਅਤੇ ਸਬਜ਼ੀਆਂ ਦਾ ਉਤਪਾਦਨ ਕਰਨ ਦੇ ਲਈ ਕੰਟਰੈਕਟ ਫਾਰਮਿੰਗ ਸ਼ੁਰੂ ਕਰਨ ਦੀ ਸੁਵਿਧਾ ਦਿੱਤੀ। ਇਹ ਪਹਿਲਾਂ ਆਪਣੇ ਉਦੇਸ਼ ਨੂੰ ਪ੍ਰਾਪਤ ਨਹੀਂ ਕਰ ਸਕੀ ਅਤੇ ਅਸਫਲ ਰਹੀ। ਇਸ ਦੇ ਵਿਪਰੀਤ ਇੱਕ ਹੋਰ ਵੱਡੀ ਬਹੁਰਾਸ਼ਟਰੀ ਕੰਪਨੀ ਨੈਸਲੇ ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਕਿਸਾਨਾਂ ਦੇ ਨਾਲ ਦੁੱਧ ਖੇਤਰ 'ਚ ਸੰਨ 1961 ਤੋਂ ਬਹੁਤ ਸਫਲ ਸਾਂਝੇਦਾਰੀ ਦਾ ਆਨੰਦ ਉਠਾ ਰਹੀ ਹੈ। ਮੋਗਾ ਦੇ 1 ਲੱਖ ਤੋਂ ਜ਼ਿਆਦਾ ਕਿਸਾਨ ਸਾਂਝੇਦਾਰੀ ਦੇ ਆਧਾਰ ਤੇ ਨੈਸਲੇ ਨੂੰ ਦੁੱਧ ਦੀ ਆਪੂਰਤੀ ਕਰਦੇ ਨੇ ਜੋ ਇਸ ਨਵੇਂ ਕਾਨੂੰਨ ਦੇ ਪ੍ਰਾਵਧਾਨਾਂ ਦੇ ਸਮਾਨ ਹੈ। ਨੈਸਲੇ ਦੁੱਧ ਉਤਪਾਦਕਾਂ ਨੂੰ ਤਕਨੀਕੀ ਗਾਈਡੈਂਸ ਦੇ ਨਾਲ-ਨਾਲ ਚਾਰੇ, ਦਵਾਈਆਂ, ਵੈਕਸੀਨ ਅਤੇ ਪਸ਼ੂ ਚਿਕਿਤਸਾ ਸੇਵਾਵਾਂ ਦੇ ਸਬੰਧ 'ਚ ਇਨਪੁਟ ਦਿੰਦੀ ਹੈ। ਕਿਸਾਨਾਂ ਨੂੰ ਵਿਵਾਦ ਸੁਲਝਾਉਣ ਦੀ ਲੰਬੀ ਅਤੇ ਖਰਚੀਲੀ ਕਾਨੂੰਨੀ ਪ੍ਰਕਿਰਿਆ ਤੋਂ ਬਚਾਉਣ ਦੇ ਲਈ ਇਸ ਕਰਾਰ ਦੇ ਵਿੱਚ SDM ਅਤੇ ਅਪੀਲੀ ਅਥਾਰਟੀ ਦੇ ਰੂਪ 'ਚ DC ਜਾਂ ADC ਦੇ ਜ਼ਰੀਏ ਵਿਵਾਦ ਸਮਾਧਾਨ ਦਾ ਪ੍ਰਾਵਧਾਨ ਕੀਤਾ ਗਿਆ ਜਿਵੇਂ ਕਿ ਨੀਤੀ ਆਯੋਗ ਦੇ ਮੈਂਬਰ ਡਾਕਟਰ ਰਮੇਸ਼ ਚੰਦ ਨੇ ਸਮਝਾਇਆ। ਕਿਸਾਨਾਂ ਦਾ ਨਜ਼ਰੀਆ ਕੰਟਰੈਕਟ ਫਾਰਮਿੰਗ ਕਰਾਰ ਇੰਨਾ ਜਟਲ ਹੈ ਕਿ ਕਾਰਪੋਰੇਟ ਘਰਾਣੇ ਇਸ ਦਾ ਇਸਤੇਮਾਲ ਕਿਸਾਨਾਂ ਦੇ ਖਿਲਾਫ ਕਰਨਗੇ। ਕ੍ਰਿਸ਼ੀ ਕਰਾਰ ਲਿਖਣ ਦੇ ਲਈ ਵਕੀਲਾਂ ਦੀਆਂ ਸੇਵਾਵਾਂ ਲੈਣ ਦੇ ਵਿੱਚ ਕਿਸਾਨ ਕਾਰਪੋਰੇਟ ਦਾ ਮੁਕਾਬਲਾ ਨਹੀਂ ਕਰ ਸਕਣਗੇ। ਵਿਵਾਦ ਹੋਣ ਦੀ ਸਥਿਤੀ 'ਚ ਕਿਸਾਨਾਂ ਦੀ ਅਜਿਹੀ ਆਰਥਿਕ ਸਮਰੱਥਾ ਨਹੀਂ ਹੈ ਕਿ ਉਹ ਕਾਰਪੋਰੇਟ ਨਾਲ ਲੜ ਸਕਣ। ਖੇਤੀ ਕਰਾਰ ਦੇ ਅਜਿਹੇ ਕਈ ਉਦਾਹਰਣ ਨੇ ਜੋ ਵੱਡੇ ਘਰਾਣਿਆਂ ਨੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਹੈ। ਕਰਾਰ ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜਿਸ ਨੂੰ ਵਿਵਾਦ ਹੋਣ ਦੀ ਸਥਿਤੀ 'ਚ ਲਾਗੂ ਕਰਨ ਦੇ ਵਾਸਤੇ ਕਾਨੂੰਨੀ ਅਦਾਲਤਾਂ 'ਚ ਲਿਆਂਦਾ ਜਾ ਸਕਦਾ ਹੈ ਜਦਕਿ ਇਸ ਕਾਨੂੰਨ 'ਚ ਸਿਵਲ ਅਦਾਲਤਾਂ ਦਾ ਨਿਆਇ ਖੇਤਰ ਹੀ ਪ੍ਰਤੀਬੰਧਿਤ ਕਰ ਦਿੱਤਾ ਗਿਆ ਹੈ। ਵਿਵਾਦ ਹੋਣ ਤੇ ਮਾਮਲਾ ਨਿਪਟਾਉਣ ਦਾ ਕੰਮ ਕਾਰਜਪਾਲਿਕਾ ਯਾਨੀ ਨੌਕਰਸ਼ਾਹੀ ਨੂੰ ਦਿੱਤਾ ਗਿਆ ਹੈ ਜੋ ਸਰਕਾਰ ਦੇ ਮਾਤਹਤ ਕੰਮ ਕਰਦੀ ਹੈ। ਐਸੇ 'ਚ ਕੋਈ ਕਿਵੇਂ ਨਿਆਇ ਦੀ ਉਮੀਦ ਰੱਖ ਸਕਦਾ ਹੈ। ਜਿੱਥੋਂ ਤੱਕ ਕਰਾਰ 'ਚ ਕ੍ਰਿਸ਼ੀ ਉਪਜ ਦਾ ਭਾਵ ਤੈਅ ਕਰਨ ਦੀ ਗੱਲ ਹੈ ਤਾਂ ਇਹ ਕਾਰਪੋਰੇਟ ਦੇ ਹੱਥ 'ਚ ਹੋਏਗਾ ਕਿਉਂਕਿ ਉਹ ਕਹਿ ਸਕਦੇ ਨੇ ਕਿ ਉਸ ਚੀਜ਼ ਦਾ ਭਾਅ ਭਾਰਤ ਦੀ ਤੁਲਨਾ 'ਚ ਅੰਤਰਰਾਸ਼ਟਰੀ ਬਾਜ਼ਾਰ 'ਚ ਘੱਟ ਹੈ। ਇਸ ਤਰ੍ਹਾਂ ਆਪਣੀ ਉਪਜ ਦਾ ਭਾਅ ਤੈਅ ਕਰਨ ਦੇ ਲਈ ਕਿਸਾਨ ਦੇ ਹੱਥ 'ਚ ਕੁਝ ਨਹੀਂ ਹੈ। GM ਫਸਲਾਂ ਦੇ
ਇਸ ਦੌਰ 'ਚ ਅਸੀਂ ਸਭ ਜਾਣਦੇ ਹਾਂ ਕਿ ਵਿਗਿਆਨਕਾਂ ਦਾ ਮੁੱਖ ਧਿਆਨ ਫਸਲਾਂ ਦੀ ਕੁਆਲਿਟੀ ਦੀ ਬਜਾਏ ਉਪਜ ਵਧਾਉਣ ਤੇ ਹੈ ਤਾਂ ਕਿ ਜ਼ਿਆਦਾਤਰ ਫਸਲਾਂ ਨੂੰ ਵਿਵਸਾਇਕ ਰੂਪ ਨਾਲ ਫਾਇਦੇਮੰਦ ਬਣਾਇਆ ਜਾ ਸਕੇ। ਕਾਰਪੋਰੇਟ ਕਿਸਾਨਾਂ ਦੇ ਨਾਲ ਸਮਝੌਤੇ 'ਚ ਫਸਲਾਂ ਦੇ ਭਾਅ ਉਹਨਾਂ ਦੀ ਮਾਤਰਾ ਦੀ ਬਜਾਏ ਗੁਣਵੱਤਾ ਦੇ ਆਧਾਰ ਤੇ ਕਰਨਗੇ, ਜੋ ਕਿਸਾਨਾਂ ਦੇ ਪੱਖ 'ਚ ਨਹੀਂ ਹੈ ਕਿਉਂਕਿ ਜ਼ਿਆਦਾਤਰ ਫਸਲਾਂ ਦੇ ਬੀਜ ਉਗਾਉਣ ਦਾ ਕੰਮ ਕਿਸਾਨਾਂ ਦੇ ਹੱਥ 'ਚ ਨਹੀਂ ਹੈ। ਇਸ ਨਾਲ ਹੀ ਕੱਲ੍ਹ ਦਾ ਵਿਸ਼ਾ ਜ਼ਰੂਰੀ ਵਸਤੂ ਸੰਸ਼ੋਧਨ ਕਾਨੂੰਨ 2020